10th क्लास ਅੱਜ ਅਸੀਂ 4.4 ਦੇ ਕੁਝ ਇੰਪੋਰਟੈਂਟ ਸਵਾਲ ਜਿਹੜੇ ਨੇ ਬਹੁਤ ਇੰਪੋਰਟੈਂਟ ਸਵਾਲ ਸੋਲਵ ਕਰਨ ਜਾ ਰਹੇ ਹਾਂ। ਇਹ ਮੇਰਾ ਤੀਜਾ ਲੈਕਚਰ ਹੈ। ਕੇ ਦਾ ਮੁੱਲ ਪਤਾ ਕਰੋ। ਸਮੀਕਰਨ 2x² + kx 3 ਦੇ ਜੇਕਰ ਮੂਲ ਬਰਾਬਰ ਹੋਣ। ਸਮੀਕਰਨ ਦਿੱਤੀ ਹੋਈ ਹੈ ਤੇ ਦੱਸਿਆ ਹੈ ਕਿ ਇਹਨਾਂ ਦੇ ਮੂਲ ਬਰਾਬਰ ਨੇ। ਮੂਲ ਕਦੋਂ ਬਰਾਬਰ ਹੁੰਦੇ ਆ? ਦੋ ਘਾਤੀ ਸਮੀਕਰਨ ਦੇ ਵਿੱਚ ਇਹ ਦੋ ਘਾਤੀ ਨਾ x ਦੇ ਉੱਪਰ 2 ਹੈ ਤਾਂ ਕਦੋਂ ਬਰਾਬਰ ਹੁੰਦੇ? ਜਦੋਂ d ਦੀ ਵੈਲਿਊ 0 ਹੁੰਦੀ ਹੈ। ਇਹਦਾ ਮਤਲਬ ਗਿਵਨ ਹੈ find the value of k when 2x² plus kx is plus 3 has equal roots। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ d = 0 ਹੈ। ਸਮ ਦੇ ਵਿੱਚ ਅਸੀਂ d ਦੀ ਵੈਲਿਊ 0 ਭਰ ਦੇਣੀ ਹੈ। ਸਭ ਤੋਂ ਪਹਿਲਾਂ ਇਹ ਸਮੀਕਰਨ ਦਿੱਤੀ ਹੋਈ ਹੈ x² ਵਾਲੀ, ਫਿਰ x ਵਾਲੀ, ਫਿਰ ਬਿਨਾਂ x ਵਾਲੀ। ਸਭ ਤੋਂ ਪਹਿਲਾਂ a ਦੀ ਵੈਲਿਊ ਕਿੰਨੀ ਹੋਈ? x² ਦੇ ਅੱਗੇ ਵਾਲੀ +2, ਫਿਰ b ਦੀ ਵੈਲਿਊ x ਦੇ ਅੱਗੇ ਵਾਲੀ +k ਅਤੇ ਬਿਨਾਂ x ਵਾਲੀ +3। ਕਿਉਂਕਿ d 0 ਹੈ, ਇਕੁਅਲ ਰੂਟਸ ਹਨ ਦਿੱਤਾ ਹੋਇਆ ਉਹਨੇ ਸਵਾਲ ਦੇ ਵਿੱਚ, ਤਾਂ ਅਸੀਂ k ਦਾ ਮੁੱਲ ਪਤਾ ਕਰਨਾ ਹੈ। d ਦੀ ਵੈਲਿਊ ਕਿਹਦੇ ਬਰਾਬਰ ਹੁੰਦੀ ਹੈ? b² - 4ac ਦੇ। b² ਦਾ ਮਤਲਬ ਜਮਾ k², ਕਿਉਂਕਿ b ਹੈ ਇਹਦੀ ਥਾਂ 'ਤੇ b ਦੀ ਥਾਂ 'ਤੇ ਇੱਥੇ ਕੀ ਹੈ? k, ਕਿਉਂਕਿ b ਕਿਹਦੇ ਬਰਾਬਰ ਹੈ? k ਦੇ, ਜਿਹਦਾ ਅਸੀਂ ਵੈਲਿਊ ਪਤਾ ਕਰਨੀ। -4 × a ਦੀ ਥਾਂ 'ਤੇ 2, c ਦੀ ਥਾਂ 'ਤੇ 3 ਤੁਸੀਂ ਦਿਖ ਰਹੇ ਹੋ। ਉਸ ਤੋਂ ਬਾਅਦ ਕਿੰਨਾ ਆ ਗਿਆ? d ਦੀ ਵੈਲਿਊ k² - 24। ਹੁਣ ਆਪਾਂ ਨੂੰ ਇੱਥੇ ਕੀ ਭਰਨਾ ਪਏਗਾ? d ਦੀ ਵੈਲਿਊ 0, ਕਿਉਂਕਿ ਇਹ ਵੈਲਿਊ d ਕਿੰਨਾ ਹੈ? 0। ਤਾਂ ਮੈਂ ਇਹ ਪੂਰੀ ਰਕਮ ਜਿਹੜੀ d ਦੀ ਵੈਲਿਊ ਹੈ ਇਹਨੂੰ ਕਿਹਦੇ ਬਰਾਬਰ ਕਰਤਾ? 0 ਦੇ। ਤਾਂ k² ਕਿਹਦੇ ਬਰਾਬਰ ਆ ਗਿਆ? 24 ਦੇ। k² = 24। ਤਾਂ k ਦੀ ਵੈਲਿਊ ਕਿੰਨੀ ਆ ਜਾਏਗੀ ਬੇਟਾ? ਜੇ ਇੱਥੋਂ ਆਪਾਂ ਸਕੁਏਅਰ ਹਟਾਉਂਦੇ ਹਾਂ ਤਾਂ ਦੂਜੇ ਪਾਸੇ ਅਸੀਂ ਵਰਗਮੂਲ ਪਾ ਦਿੰਦੇ ਹਾਂ, +20 - ਵਰਗਮੂਲ 24। ਇਜ਼ ਇਟ ਓਕੇ? ਇਹ ਬੜਾ ਹੀ ਇੰਪੋਰਟੈਂਟ ਸਵਾਲ ਹੈ ਬੇਟਾ। ਸੇਮ ਇਸੇ ਤਰ੍ਹਾਂ ਦਾ ਦੂਜਾ ਕੁਐਸਚਨ ਕਰਨ ਜਾ ਰਹੇ ਹਾਂ। k ਦਾ ਮੁੱਲ ਪਤਾ ਕਰੋ। k ਦੀ ਵੈਲਿਊ ਪਤਾ ਕਰਨੀ ਹੈ ਵੈਨ ਇਕੁਏਸ਼ਨ ਹੈਜ਼ ਇਕੁਅਲ ਰੂਟਸ। ਮਤਲਬ ਫਿਰ ਉਹੀ ਗੱਲ ਹੈ ਕਿ ਸਮੀਕਰਨ ਦੇ ਮੂਲ ਬਰਾਬਰ ਹਨ, d 0 ਹੈ ਅਤੇ k ਅਸੀਂ ਪਤਾ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਬ੍ਰੈਕਟ ਹੈ, ਇਹ 'ਚ ਆਪਾਂ ਨੂੰ ਦੋ ਘਾਤੀ ਨਜ਼ਰ ਨਹੀਂ ਆ ਰਹੀ, ਹਲੇ x² ਵਾਲੀ ਰਕਮ ਨਜ਼ਰ ਨਹੀਂ ਆ ਰਹੀ। ਤਾਂ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਖੋਲਾਂਗੇ। ਆ kx ਹੈ ਜਿਹੜਾ ਬਾਹਰ, ਇਹ ਅੰਦਰ ਜਾ ਕੇ ਇਹਦੇ ਨਾਲ ਵੀ ਮਲਟੀਪਲਾਈ ਹੋਏਗਾ ਅਤੇ ਮਾਈਨਸ ਦਾ ਨਿਸ਼ਾਨ ਮਾਈਨਸ, ਫਿਰ kx ਨੇ ਇਹਦੇ ਨਾਲ ਵੀ ਮਲਟੀਪਲਾਈ ਹੋਣਾ। ਆਮ ਤੌਰ 'ਤੇ ਮੈਂ ਕਹਿ ਦਿੰਦੀ ਲੜਾਈ ਕਰਦੇ ਆ। kx ਨੇ ਲੜਾਈ ਕਰ ਲਈ x ਨਾਲ, ਫਿਰ ਮਾਈਨਸ ਦਾ ਨਿਸ਼ਾਨ ਆ ਗਿਆ, ਫਿਰ kx ਨੇ ਲੜਾਈ ਕਰ ਲਈ 2 ਦੇ ਨਾਲ, +6 = 0। ਤਾਂ k ਆ ਗਿਆ ਆਪਣੀ ਥਾਂ 'ਤੇ ਬੇਟਾ। x × x ਇਜ਼ x², ਦੋ ਘਾਤੀ ਬਣ ਗਈ। -2 ਅਤੇ k ਬੇਟਾ ਮੈਂ ਬਿਨਾਂ x ਵਾਲੀ ਰਕਮ ਦੇ ਵਿੱਚ ਮੈਂ ਕੀ ਕੀਤਾ? x ਨੂੰ ਸਭ ਤੋਂ ਐਂਡ 'ਤੇ ਲਿਖਿਆ, 2 ਅਤੇ k ਪਹਿਲਾਂ ਲਿਖ ਲਏ, +6 = 0। ਹੁਣ ਅਸੀਂ ABC ਕੱਢਾਂਗੇ। a ਦੀ ਵੈਲਿਊ ਕਿੰਨੀ ਹੋਏਗੀ ਬੇਟੇ? ਆ ਜਿਹੜੇ x² ਅੱਗੇ ਵਾਲੀ a ਦੀ ਵੈਲਿਊ k, b ਦੀ ਵੈਲਿਊ -2k। ਦੇਖੋ ਨਿਸ਼ਾਨ ਵੀ ਨਜ਼ਰ ਆਉਣਾ ਚਾਹੀਦਾ ਤੁਹਾਨੂੰ, ਨਿਸ਼ਾਨ ਨਜ਼ਰ ਆ ਰਿਹਾ -2k। x ਦੇ ਅੱਗੇ ਵਾਲੀ ਪੂਰੀ ਰਕਮ ਤਾਂ ਇਸ ਵਕਤ -2k ਨਜ਼ਰ ਆ ਰਹੀ ਹੈ ਅਤੇ c ਦੀ ਵੈਲਿਊ +6। ਉਸ ਤੋਂ ਬਾਅਦ d ਕਿੰਨਾ ਹੋਏਗਾ? b² - 4ac। b² ਦਾ ਮਤਲਬ ਕੀ? ਅਸੀਂ ਇੱਥੇ ਤਾਂ ਪਲੱਸ ਹੀ ਆਉਣਾ, ਪਲੱਸ ਤਾਂ ਆਉਣਾ ਹੀ ਆਉਣਾ। ਉਸ ਤੋਂ ਬਾਅਦ 2 ਹੈ, 2 ਦਾ ਸਕੁਏਅਰ ਕਿੰਨਾ ਹੋ ਗਿਆ ਬੇਟਾ? 4। k ਦਾ ਸਕੁਏਅਰ ਵੀ ਕਿੰਨਾ ਹੋ ਗਿਆ? k²। ਇਹਨਾਂ ਦੋਨਾਂ ਵਿਚਕਾਰ ਕੋਈ ਨਿਸ਼ਾਨ ਨਹੀਂ ਸੀ, ਇਸ ਕਰਕੇ ਇਹਦਾ ਵੀ ਸਕੁਏਅਰ ਕਰਕੇ ਲਿਖ ਲਿਆ, ਨਾਲ ਹੀ ਇਹਦਾ ਸਕੁਏਅਰ ਕਰਕੇ ਲਿਖ ਲਿਆ। -4 × a ਦੀ ਥਾਂ 'ਤੇ k, c ਦੀ ਥਾਂ 'ਤੇ 6 ਆ ਗਿਆ। ਤਾਂ 4k² - 6 × 24k ਆ ਗਿਆ। d ਦੀ ਵੈਲਿਊ ਆ ਗਈ, ਕਿਉਂਕਿ d 0 ਦੇ ਬਰਾਬਰ ਹੈ ਤਾਂ ਪੂਰੀ ਵੈਲਿਊ ਆਪਾਂ 0 ਦੇ ਬਰਾਬਰ ਭਰਾਂਗੇ। ਜਦੋਂ ਮੈਂ ਪੂਰੀ ਵੈਲਿਊ 0 ਦੇ ਬਰਾਬਰ ਭਰ ਲਈ ਬੇਟਾ, 4 ਦੇ ਪਹਾੜੇ 'ਚ 24 ਵੀ ਆਉਂਦਾ ਹੈ, 4 × 24 ਹੁੰਦਾ ਹੈ। ਤਾਂ ਮੈਂ 4 ਔਰ k ਜਿਹੜਾ ਕਿ ਦੋਨਾਂ ਕੋਲ, ਇਹਦੇ ਕੋਲ ਵੀ ਹੈ 4k, ਇਹਦੇ ਕੋਲ ਵੀ ਹੈ 4 ਅਤੇ k ਮੈਂ ਬਾਹਰ ਕੱਢ ਲਏ। ਬ੍ਰੈਕਟ ਦੇ ਅੰਦਰ ਕੀ ਰਹਿ ਗਿਆ? 1k, ਕਿਉਂਕਿ ਇਹਦੇ ਕੋਲ k² ਸੀ, 2k ਸੀ, 1k ਅੰਦਰ ਰਹਿਣ ਤਾਂ ਮਾਈਨਸ ਦੀ ਥਾਂ 'ਤੇ ਮਾਈਨਸ, 4 ਬਾਹਰ ਨਿਕਲ ਗਿਆ ਅਤੇ ਇੱਥੇ 6 ਰਹਿ ਗਿਆ। k ਇਹਦਾ 12 ਆ ਚੁੱਕਾ ਹੈ। ਜਾਂ 4k = 0 ਹੋਏਗਾ ਜਾਂ k - 6 = 0 ਹੋਏਗਾ, ਕਿਉਂਕਿ ਦੋ ਰਕਮਾਂ ਦਾ ਗੁਣਨਫਲ ਕਦੋਂ 0 ਹੁੰਦਾ ਹੈ? ਜਦੋਂ ਆਹ ਵਾਲੀ ਰਕਮ 0 ਹੋਏਗੀ ਜਾਂ ਇਹ ਵਾਲੀ 0 ਹੋਏਗੀ। ਜਾਂ ਮਤਲਬ k ਦੀ ਵੈਲਿਊ 0 ਹੋਣੀ ਚਾਹੀਦੀ ਹੈ ਜਾਂ k ਦੀ ਵੈਲਿਊ ਜਮਾ 6 ਹੋ ਜਾਣੀ ਚਾਹੀਦੀ ਹੈ। ਤਾਂ ਅਸੀਂ ਇਸ ਸਵਾਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ k ਦੇ ਦੋ ਮੁੱਲ ਨੇ, 0 ਜਾਂ 6, 'ਤੇ ਜਦੋਂ ਇਸ ਸਮੀਕਰਨ ਦੇ ਮੂਲ ਬਰਾਬਰ ਹੋਣਗੇ। ਇਜ਼ ਇਟ ਓਕੇ? ਨੈਕਸਟ ਸਮ ਹੈ, ਕੀ ਅਜਿਹਾ ਅੰਬਾਂ ਦਾ ਬਾਗ ਲਗਾਉਣਾ ਸੰਭਵ ਹੈ ਜਿਸ ਦੀ ਲੰਬਾਈ ਚੌੜਾਈ ਨਾਲੋਂ ਦੁੱਗਣੀ ਹੋਵੇ ਅਤੇ ਖੇਤਰਫਲ 800 ਮੀਟਰ² ਹੋਵੇ? ਫਾਈਂਡ ਦਾ ਲੈਂਥ ਐਂਡ ਬ੍ਰੈਡਥ। ਨਾ ਹੀ ਲੰਬਾਈ ਦੱਸੀ ਹੈ ਨਾ ਹੀ ਚੌੜਾਈ ਦੱਸੀ ਹੈ, ਬਸ ਇਹ ਦੱਸਿਆ ਹੈ ਕਿ ਲੰਬਾਈ ਜਿਹੜੀ ਹੈ ਚੌੜਾਈ ਨਾਲੋਂ 2 ਗੁਣਾ ਹੈ। ਇਜ਼ ਇਟ ਪੋਸੀਬਲ ਟੂ ਡਿਜ਼ਾਈਨ ਅ ਮੈਂਗੋ ਗਰੋਵ whose length is twice its breadth and area is 800 ਮੀਟਰ²? ਤਾਂ ਅਸੀਂ ਫਾਈਂਡ ਆ ਲੈਂਥ ਐਂਡ ਬ੍ਰੈਡਥ। ਮੰਨ ਲਓ ਆ ਇਸ ਤਰ੍ਹਾਂ ਦਾ ਬਾਗ ਹੈ, ਇੰਨਾ ਪਤਾ ਲੰਬਾਈ ਜਿਹੜੀ ਹੈ 2 ਗੁਣਾ ਹੈ ਚੌੜਾਈ ਦੇ, ਚੌੜਾਈ b ਹੈ
ਤਾਂ b ਨੂੰ ਮੈਂ x ਮੰਨ ਲਿਆ ਸੀ ਤਾਂ l ਕਿੰਨਾ ਹੋ ਗਿਆ 2x, ਕਿਉਂਕਿ b x ਹੈ ਤੇ ਲੰਬਾਈ ਉਹਦੀ ਦੁੱਗਣਾ ਹੈ ਚੌੜਾਈ ਨਾਲੋਂ, ਤੇ 2 ਗੁਣਾ x। ਤਾਂ ਖੇਤਰਫਲ ਕੀ ਹੁੰਦਾ ਏਰੀਆ, l ਲੰਬਾਈ ਗੁਣਾ ਚੌੜਾਈ, ਕਿਉਂਕਿ ਆਇਤਾਕਾਰ ਹੈ ਬਾਗ। ਖੇਤਰਫਲ ਕਿੰਨਾ ਦਿੱਤਾ ਹੋਇਆ ਬੇਟੇ 800 ਮੀਟਰ ਸਕੁਏਅਰ, ਸਿਰਫ ਖੇਤਰਫਲ ਹੀ ਦਿੱਤਾ ਹੋਇਆ ਸੀ ਆਪਾਂ ਨੂੰ 800 ਮੀਟਰ ਸਕੁਏਅਰ। ਆ ਦੇਖੋ ਤਾਂ ਖੇਤਰਫਲ ਕੀ ਹੁੰਦਾ ਲੰਬਾਈ ਗੁਣਾ ਚੌੜਾਈ। ਲੰਬਾਈ ਕਿੰਨੀ ਹੋ ਗਈ ਬੇਟੇ 2x ਮਲਟੀਪਲਾਈ ਬਾय b ਕਿੰਨਾ ਸੀ x, b ਦੀ ਵੈਲਿਊ x ਭਰ ਲਈ। 800 ਬਰਾਬਰ 2 ਗੁਣਾ x ਸਕੁਏਅਰ ਹੋ ਗਿਆ। ਤਾਂ ਜਿਹੜਾ ਬੇਟਾ ਪਹਿਲਾਂ ਸਭ ਤੋਂ ਪਹਿਲਾਂ ਅਸੀਂ x ਕੱਢਣਾ, ਤਾਂ ਆਪਾਂ ਨੂੰ ਜਿਹੜਾ 2 ਹੈ ਇਹਨੂੰ ਰਿਮੂਵ ਕਰਨਾ ਪਏਗਾ। 2 ਜਦੋਂ ਇੱਧਰ ਆ ਕੇ 800 ਦੇ ਨਾਲ ਡਿਵਾਈਡ ਹੋ ਜਾਏਗਾ, 2 1s ਦਾ 2 ਅਤੇ 2 4s ਦਾ 8 ਹੋ ਗਿਆ, ਅਤੇ ਨਾਲ 2 0 ਹੈ ਉਹ ਵੀ ਨਾਲ ਆ ਗਏ। ਤਾਂ x ਸਕੁਏਅਰ ਕਿਹਦੇ ਬਰਾਬਰ ਆ ਗਿਆ 400 ਦੇ। ਜਦੋਂ x ਸਕੁਏਅਰ 400 ਦੇ ਬਰਾਬਰ ਆ ਗਿਆ ਤਾਂ x ਕਿਹਦੇ ਬਰਾਬਰ ਆਏਗਾ ਵਰਗਮੂਲ 400। ਅਤੇ 400 ਕਿਵੇਂ ਹੋਏਗਾ, 400 ਕਿਹਦਾ ਸੇਮ ਵਰਗਮੂਲ 'ਚ ਸੇਮ ਰਕਮ, ਦੋ ਰਕਮਾਂ ਦੀ ਗੁਣਾ ਲਿਖੀ ਜਾਂਦੀ ਹੈ ਸੇਮ ਦੀ, ਅਤੇ ਉਹਨਾਂ 'ਚੋਂ ਉਹੀ ਰਕਮ ਬਾਹਰ ਆ ਜਾਂਦੀ। ਅਤੇ x ਕਿੰਨਾ ਆ ਜਾਏਗਾ 20 ਸੈਂਟੀਮੀਟਰ। ਇਹਦਾ ਮਤਲਬ ਬਾਗ ਦੀ ਚੌੜਾਈ ਕਿੰਨੀ ਹੈ 20 ਸੈਂਟੀਮੀਟਰ, ਕਿਉਂਕਿ ਆਪਾਂ ਚੌੜਾਈ ਨੂੰ x ਮੰਨਿਆ ਸੀ। ਅਤੇ ਲੰਬਾਈ ਕਿੰਨੀ ਹੋ ਗਈ ਬੇਟਾ 2 ਗੁਣਾ x, ਕਿਉਂਕਿ ਲੰਬਾਈ ਚੌੜਾਈ ਨਾਲੋਂ ਦੁੱਗਣੀ ਸੀ। ਤਾਂ 20 ਗੁਣਾ 2 40 ਸੈਂਟੀਮੀਟਰ। ਇਹ ਬੜਾ ਇੰਪੋਰਟੈਂਟ ਸਮ ਹੈ ਅਤੇ ਮਹੱਤਵਪੂਰਨ ਹੈ, ਅਤੇ ਇਹਨੂੰ ਧਿਆਨ ਨਾਲ ਤੁਸੀਂ ਦੇਖਣਾ ਹੈ, ਔਰ ਸੌਖਾ ਵੀ ਬਹੁਤ ਹੈ। ਥੈਂਕ ਯੂ। ਕੀ ਅਜਿਹਾ ਆਇਤਾਕਾਰ ਪਾਰਕ ਸੰਭਵ ਹੈ ਜਿਸ ਦਾ ਪਰਿਮਾਪ 80 ਮੀਟਰ ਅਤੇ ਖੇਤਰਫਲ 400 ਮੀਟਰ ਸਕੁਏਅਰ ਹੋਵੇ? ਇਸ ਦੀ ਲੰਬਾਈ ਅਤੇ ਚੌੜਾਈ ਪਤਾ ਕਰੋ। ਫਿਰ ਉੱਦਾਂ ਦਾ ਹੀ ਸਵਾਲ ਹੈ ਬਿਲਕੁਲ ਜਿਹੜਾ ਆਪਾਂ ਹੁਣੇ ਪਿੱਛੇ ਕਰਕੇ ਚੁੱਕੇ ਹਾਂ। ਆਇਤਾਕਾਰ ਪਾਰਕ ਹੈ ਲੇਕਿਨ ਉਹਦਾ ਪੈਰੀਮੀਟਰ ਦਿੱਤਾ ਹੈ ਅਤੇ ਏਰੀਆ ਦਿੱਤਾ, ਅਤੇ ਸਾਨੂੰ ਲੰਬਾਈ ਚੌੜਾਈ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਦਿੱਤਾ ਹੋਇਆ। ਇਸ ਦੀ ਲੰਬਾਈ ਅਤੇ ਚੌੜਾਈ ਅਸੀਂ ਪਤਾ ਕਰਨੀ ਹੈ। ਇਟ ਇਜ਼ ਪੋਸੀਬਲ ਟੂ ਡਿਜ਼ਾਈਨ ਅ ਰੈਕਟੈਂਗੂਲਰ ਪਾਰਕ of p is equal to 80 meter, p मतलब पैरीमीटर, and area is 400 meters. Find its length and breadth। ਤਾਂ ਮੈਂ ਸਭ ਤੋਂ ਪਹਿਲਾਂ ਪਾਰਕ ਡਿਜ਼ਾਈਨ ਕੀਤਾ ਹੈ ਜਿਹਦੀ 4 ਲੰਬਾਈਆਂ ਨੇ, 2 ਲੰਬਾਈਆਂ ਨੇ, ਲੈਂਥ 2 ਹੁੰਦੀਆਂ ਨੇ ਆਇਤਾਕਾਰ ਪਾਰਕ ਦੀਆਂ, ਅਤੇ 2 ਚੌੜਾਈਆਂ ਹੁੰਦੀਆਂ ਨੇ। ਦਿਸ ਇਜ਼ ਸਮਾਲ b। ਆਪਾਂ ਲੈਂਥ ਨੂੰ l ਨਾਲ ਲਿਖਦੇ ਹਾਂ ਅਤੇ ਬ੍ਰੈਡਥ ਨੂੰ b ਨਾਲ ਲਿਖਦੇ ਹਾਂ। ਪੈਰੀਮੀਟਰ ਕਿੰਨਾ ਦਿੱਤਾ 80, ਏਰੀਆ 400 ਮੀਟਰ ਸਕੁਏਅਰ। ਖੇਤਰਫਲ ਅਤੇ ਦੋਨਾਂ 'ਚ ਫਰਕ ਪਹਿਲਾਂ ਤੁਹਾਨੂੰ ਪੈਰੀਮੀਟਰ ਅਤੇ ਏਰੀਆ ਬਾਰੇ ਦੱਸ ਦੇਵਾਂਗੀ। ਕਿਸੇ ਵੀ ਚੀਜ਼ ਦਾ ਪੈਰੀਮੀਟਰ ਲੰਬਾਈ ਦੇ ਵਿੱਚ ਹੀ ਹੁੰਦਾ, ਲੇਕਿਨ ਉਹਦੇ ਸਾਰੀ ਭੁਜਾਵਾਂ ਦਾ ਜੋੜ। ਆਇਤ ਕੋ ਕਿੰਨੀਆਂ ਭੁਜਾਵਾਂ ਹੁੰਦੀਆਂ ਨੇ 4, ਜਿਹਦੇ ਵਿੱਚ 2 b ਹੁੰਦੀਆਂ ਨੇ ਅਤੇ 2 ਲੰਬਾਈ ਹੁੰਦੀ ਹੈ। ਤਾਂ ਪੈਰੀਮੀਟਰ 80 ਹੈ, ਤਾਂ 2l 2 ਲੰਬਾਈਆਂ ਨੇ ਪਲੱਸ 2b ਇਹਨਾਂ ਦੋਨਾਂ ਲੰਬਾਈਆਂ ਅਤੇ ਪਲੱਸ ਇਹਨਾਂ ਦੋਨਾਂ ਲੰਬਾਈਆਂ। ਮੈਂ ਇਕੱਠਾ ਲਿਖ ਲਿਆ 2 ਲੰਬਾਈਆਂ ਨੇ ਪਲੱਸ 2 ਚੌੜਾਈਆਂ ਨੇ ਇਜ਼ ਇਕੁਅਲ ਟੂ 80। 2 ਕਾਮਨ ਕੱਢ ਲਿਆ, l ਪਲੱਸ b ਕਿੰਨਾ ਆ ਗਿਆ 80, ਕਿਉਂਕਿ 2 ਦੋਨਾਂ ਕੋਲ ਸੀ, ਮੈਂ 2 ਕਾਮਨ ਕੱਢ ਲਿਆ, ਅਤੇ l ਪਲੱਸ b ਕਿਹਦੇ ਬਰਾਬਰ ਆ ਗਿਆ 80। ਆਹ ਜਿਹੜਾ 2 ਹੈ ਬੇਟਾ ਇਹ ਦੂਜੇ ਦੇ ਨੀਚੇ ਵਾਲੇ ਪਾਸੇ ਆ ਗਿਆ, ਅਤੇ l ਪਲੱਸ b ਦੀ ਵੈਲਿਊ ਕਿੰਨੀ ਆ ਗਈ ਬੇਟਾ 40, ਅਤੇ l ਪਲੱਸ b ਦੀ ਵੈਲਿਊ ਆ ਗਈ 40, ਅਤੇ l ਦੀ ਵੈਲਿਊ ਕਿੰਨੀ ਆ ਗਈ 40 ਪਲੱਸ b ਉੱਧਰ ਜਾ ਕੇ ਕੀ ਬਣ ਜਾਏਗਾ -b। ਮੈਂ ਇੱਕ ਦੀ ਵੈਲਿਊ ਕੱਢ ਲਈ, l ਪਲੱਸ b ਇਜ਼ ਇਕੁਅਲ ਟੂ 40। ਅਤੇ ਏਰੀਆ ਕਿੰਨਾ ਬੇਟਾ l ਮਲਟੀਪਲਾਈ ਬਾਏ b। ਏਰੀਆ ਆਪਾਂ ਨੂੰ 400 ਦਿੱਤਾ ਹੋਇਆ, ਦੇਖੋ l ਇੰਟੂ b। ਏਰੀਆ ਹੁੰਦਾ ਲੰਬਾਈ ਗੁਣਾ ਚੌੜਾਈ। 400 ਇਜ਼ ਇਕੁਅਲ ਟੂ l ਦੀ ਵੈਲਿਊ ਦੇਖੋ ਆਪਾਂ ਇੱਥੇ ਕੱਢੀ ਸੀ 40 ਮਾਈਨਸ b। l ਅਤੇ b ਦੋਨਾਂ ਦਾ ਜੋੜ 40 ਸੀ, ਅਤੇ l ਦੀ ਕਿੰਨੀ ਵੈਲਿਊ ਹੋ ਗਈ 40 ਚੋਂ b ਘਟਾ ਕੇ, ਅਤੇ 400 ਇਜ਼ ਇਕੁਅਲ ਟੂ 40 ਮਾਈਨਸ b ਮਲਟੀਪਲਾਈ ਬਾਏ b। 400 ਪਲੱਸ ਇਹਨੂੰ ਮਲਟੀਪਲਾਈ ਕਰਾਂਗੇ, ਬ੍ਰੈਕਟ ਦੇ ਬਾਅਦ ਜਿਹੜੀ ਵੀ ਰਕਮ ਹੋਵੇ ਚਾਹੇ ਇੱਧਰ ਹੋਵੇ ਚਾਹੇ ਇੱਧਰ ਹੋਵੇ, ਇਹਨੇ ਅੰਦਰ ਜਾ ਕੇ ਦੋਨਾਂ ਨਾਲ ਗੁਣਾ ਹੋ ਜਾਣਾ। 40 ਨੂੰ b ਨਾਲ ਗੁਣਾ ਕੀਤਾ 40 b ਆ ਗਿਆ। ਹੁਣ ਗੁਣਾ ਪਾਉਣ ਦੀ ਲੋੜ ਨਹੀਂ ਹਰ ਵਾਰ, ਅਤੇ 40 b ਲਿਖ ਲਓ, ਮਾਈਨਸ ਦੀ ਥਾਂ 'ਤੇ ਮਾਈਨਸ ਆ ਗਿਆ, b ਨੇ b ਨਾਲ ਗੁਣਾ ਹੋ ਕੇ b ਸਕੁਏਅਰ ਬਣ ਗਿਆ, ਅਤੇ ਆਪਣੇ ਕੋਲ ਰਕਮ ਆ ਗਈ। ਫਿਰ ਉਹੀ ਆਪਾਂ ਸਾਰੇ ਇੱਕ ਪਾਸੇ ਇਕੱਠੀ ਕਰ ਲਾਂਗੇ। 400 ਆਪਣੇ ਪਾਸੇ ਸੀ ਬੇਟਾ, 40 b ਇੱਧਰ ਆ ਕੇ ਮਾਈਨਸ 40 b, ਅਤੇ ਮਾਈਨਸ b ਸਕੁਏਅਰ ਇੱਧਰ ਆ ਕੇ ਜਮਾ b ਸਕੁਏਅਰ ਹੋ ਗਿਆ ਇਜ਼ ਇਕੁਅਲ ਟੂ 0। ਤਾਂ ਆਪਾਂ ਇਹਨੂੰ ਸਿੱਧੀ ਤਰ੍ਹਾਂ ਅਰੇਂਜ ਕਰਾਂਗੇ। ਸਭ ਤੋਂ ਪਹਿਲਾਂ ਅਸੀਂ b ਸਕੁਏਅਰ ਵਾਲੀ, ਫਿਰ b ਵਾਲੀ, ਪਲੱਸ ਫਿਰ ਬਿਨਾਂ b ਵਾਲੀ। ਤਾਂ ਦੇਖੋ b ਸਕੁਏਅਰ ਵਾਲੀ ਇੱਕ b ਸਕੁਏਅਰ ਸੀ ਜਮਾ, ਇਹਦੇ ਅੱਗੇ ਇੱਕ ਪਾ ਲਿਆ, ਜਮਾ ਸੀ ਤਾਂ ਜਮਾ ਪਾ ਲਿਆ, ਫਿਰ ਮਾਈਨਸ 40 b ਪਲੱਸ ਇਹਦੇ ਅੱਗੇ ਕੋਈ ਨਿਸ਼ਾਨ ਨਹੀਂ ਸੀ ਤਾਂ ਪਲੱਸ 400। ਹੁਣ ਤੁਹਾਨੂੰ ABC ਪਤਾ ਹੀ ਹੈ, a ਇਜ਼ ਇਕੁਅਲ ਟੂ 1, b ਇਜ਼ ਇਕੁਅਲ ਟੂ ਮਾਈਨਸ 40, b ਦੇ ਅੱਗੇ ਵਾਲੀ ਜ਼ਰੂਰੀ ਨਹੀਂ XT ਹੋਏਗਾ, BL ਕਿਸੇ 'ਚ ਵੀ ਲਿਖ ਸਕਦੇ ਹੋ, ਪਲੱਸ C ਇਜ਼ ਇਕੁਅਲ ਟੂ ਪਲੱਸ 400 ਹੋਗਾ। ਇਜ਼ ਇਟ ਓਕੇ? ਕਿਉਂਕਿ b 40 ਸੀ ਤਾਂ 40 ਇੰਟੂ 40 ਕਿਵੇਂ ਕੀਤਾ ਦੇਖੋ, ਮੈਂ ਫਟਾਫਟ ਕਰ ਲਿਆ ਸੀ, 40 ਇੰਟੂ 40 ਕਰ ਲਿਆ ਸੀ, 40 ਦਾ ਵਰਗ ਕਰਨਾ ਸੀ, 4 ਚੁੱਕੇ 16, ਅਤੇ 2 ਜ਼ੀਰੋਆਂ ਸੀ ਉਹ ਵੀ ਨਾਲ ਲਿਖ ਲਿਆ। ਤਾਂ 40 ਇੰਟੂ 40 ਪਲੱਸ 1600, ਮਾਈਨਸ ਦੀ ਥਾਂ 'ਤੇ ਮਾਈਨਸ 4 ਇੰਟੂ A ਦੀ 1 C ਦੀ 400,
तो 1600 माइनस 1600 कितना आ गया 0। देयरफॉर बी डी की वैल्यू कितनी आ गई 0। देयरफॉर बी कितना होएगा बेटा, असी बी की वैल्यू कढ़नी सी, जे एक्स असी तो आप x1 x2 लिखते हैं, बी करना सी क्योंकि मूल बराबर ने तो एक बार बी लिख लेने, b1 b2 दोनों बराबर आएंगे। बी की वैल्यू कितनी होएगी प्लस निशान उल्टा करके -40 से इतने +40 लगा देना, बी की वैल्यू बटा 2 गुना ए की वैल्यू 1 सी तो 1 लिख लिया, प्लस वर्गमूल डी लगाने का कोई फायदा नहीं क्योंकि डी 0 है, तो 40/2 दैट इज़ 20। तो बी कितना आ गया 20, तो एल कितना सी 40 माइनस बी, तो 40 माइनस 20 डैट इज़ आल्सो 20 सेंटीमीटर। तो यदा मतलब एल तो बी दोनों सेम है इस सवाल के। इज़ इट ओके? थैंक यू।